ਹਾਂ ਕਿਸਮਤ ਨਾਲ ਸਦਾ, ਤਾਈਓ ਮੁਕਾਮ ਉੱਚੇ ਤੇ ਪਹੁੰਚੇ ਹਾਂ। ਅਸੀਂ ਖੜੇ ਹਾਂ ਰੱਬ ਦੀ ਰਜ਼ਾ ਦੇ ਵਿੱਚ, ਤਾਈਓ ਅੱਜ ਗਰਦਿਸ਼ ਵੀ ਸਿਤਾਰੇ ਮੇਰੇ ਆ। ਸੋ ਇਹੋ ਜਿਹੀ ਰੱਬ ਦੀ ਰਜ਼ਾ ਦੇ ਵਿੱਚ ਰਹਿਣ ਵਾਲੇ, ਉਸ ਪਰਮਾਤਮਾ ਨੂੰ ਮੰਨਣ ਵਾਲੇ, ਛੋਟੀ ਉਮਰੇ ਹੀ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਲੜਨ ਵਾਲੇ ਤੇ ਜਿੱਤ ਪ੍ਰਾਪਤ ਕਰਨ ਵਾਲੇ ਹਰਗੁਰਪ੍ਰੀਤ ਜੀ ਅੱਜ ਸਾਡੇ ਨਾਲ ਮੌਜੂਦ ਨੇ। ਆਓ ਜਾਣਦੇ ਹਾਂ ਉਹਨਾਂ ਨੇ ਉਸ ਸਮੇਂ ਕੀ ਪ੍ਰੋਬਲਮਾਂ ਫੇਸ ਕੀਤੀਆਂ, ਅੱਜ ਉਹਨਾਂ ਦੀ ਜ਼ਿੰਦਗੀ ਕੀ ਆ ਤੇ ਉਹ ਅੱਜ ਉਹ ਕਿਸ ਮੁਕਾਮ ਤੇ ਹਨ। ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ। A1 ਪ੍ਰਾਈਮ ਚੈਨਲ ਦਾ ਮੈਂ ਬਹੁਤ ਥੈਂਕਫੁਲ ਹਾਂ ਜਿਨ੍ਹਾਂ ਨੇ ਮੇਰੀ ਇੰਟਰਵਿਊ ਕਰਨ ਬਾਰੇ ਸੋਚਿਆ। ਤਾਂ ਜਿਹੜੀ ਇਹ ਸਮੱਸਿਆ, ਕਿਉਂਕਿ ਹੁਣ ਤੋਂ ਅੱਜ ਤੋਂ ਤਕਰੀਬਨ 16 ਸਾਲ ਪਹਿਲਾਂ ਦੀ ਗੱਲ ਹੈ, ਉਦੋਂ ਮੈਂ 10ਵੀਂ ਦੇ ਵਿੱਚ ਦਾਖਲ ਹੋਇਆ ਹੀ ਸੀ। ਤੇ ਮੇਰੇ ਗਲੇ 'ਚ ਕੁਝ ਗੱਠਾਂ, ਕੁਝ ਜਿਹਨੂੰ ਆਪਾਂ ਲਿੰਫ ਨੋਡਸ ਕਹਿੰਦੇ ਹਾਂ, ਉਹ ਗੱਠਾਂ ਸ਼ੁਰੂ ਹੋਈਆਂ। ਪਹਿਲਾਂ ਇੱਕ ਹੋ ਗਈ ਛੋਟੀ ਜਿਹੀ, ਫਿਰ ਥੋੜੀ ਵੱਧ ਗਈ ਉਹ। ਤੇ ਪਹਿਲਾਂ ਤਾਂ ਨਾ ਕਿਸੇ ਨੇ ਪਰਵਾਹ ਨਹੀਂ ਸੀ ਕੀਤਾ, ਕਿਉਂਕਿ ਘਰਦਿਆਂ ਨੂੰ ਸੀ ਕਿ ਪਹਿਲਾਂ ਵੀ ਬੱਚਿਆਂ ਦੇ ਬਥੇਰੇ ਫੋੜੇ ਫਿੰਸੀਆਂ ਗੱਠਾਂ ਹੁੰਦੀਆਂ ਰਹਿੰਦੀਆਂ ਸੀ, ਕਿ ਕੋਈ ਖਾਸ ਕੋਈ ਡਰਨ ਵਾਲੀ ਗੱਲ ਨਹੀਂ ਹੈ। ਤੇ ਫਿਰ ਜਦੋਂ ਵਧਣ ਲੱਗ ਗਈਆਂ ਤਾਂ ਸਾਡੇ ਮੇਰੇ ਫਾਦਰ ਸਾਹਿਬ ਸਟੇਟ ਬੋਡੀ ਰਿਟਾਇਰਡ ਟੀਚਰ ਰਹੇ ਨੇ, ਉਹਨਾਂ ਦੇ ਸਟੂਡੈਂਟ ਡਾਕਟਰ ਹਰਿੰਦਰ ਸਿੰਘ ਹੈ, ਫੈਮਿਲੀ ਡਾਕਟਰ ਦੀ ਤਰ੍ਹਾਂ ਨੇ। ਉਹਨਾਂ ਨੇ ਘਰ ਆ ਕੇ ਜਦੋਂ ਉਹਨਾਂ ਨੇ ਦੇਖਿਆ ਤਾਂ ਉਹਨਾਂ ਨੇ ਕਿਹਾ ਕਿ ਉਹਨੇ ਸੁਜੈਸਟ ਕੀਤਾ ਕਿ ਤੁਸੀਂ ਨਾ ਟੈਸਟ ਕਰਾ ਕੇ ਦੇਖ ਲਓ, ਕਿਤੇ ਕੋਈ ਪ੍ਰੋਬਲਮ ਹੀ ਨਾ ਹੋਵੇ। ਤੇ ਬਾਇਪਸੀ ਵਰਗੇ ਟੈਸਟ ਕੁਝ ਕੀਤੇ ਤੇ ਉਹਨਾਂ 'ਚ ਥੋੜੀ ਜਿਹੀ ਪ੍ਰੋਬਲਮ ਲੱਗੀ। ਫਿਰ ਰਜਿੰਦਰਾ ਹਸਪੀਟਲ ਪਟਿਆਲਾ ਰੈਫਰ ਕੀਤਾ, ਉੱਥੇ ਬੋਨ ਮੈਰੋ ਵਰਗੇ ਕੁਝ ਟੈਸਟ ਹੋਏ। ਤੇ ਫਿਰ ਉਹਨਾਂ ਨੂੰ ਮਤਲਬ ਲੱਗਿਆ ਵੀ ਕੁਝ ਖਤਰੇ ਵਾਲੀ ਗੱਲ ਹੈ। ਤੇ ਉਹਨਾਂ ਨੇ ਫਿਰ ਇੱਥੇ ਉਦੋਂ ਅਰੇਂਜਮੈਂਟਸ ਨਹੀਂ ਸੀ ਪਟਿਆਲੇ ਰਜਿੰਦਰਾ ਹਸਪੀਟਲ ਦੇ ਵਿੱਚ, ਮੈਡੀਕਲ ਕੋਈ ਅਰੇਂਜਮੈਂਟਸ ਫੈਸਿਲਿਟੀਜ਼ ਨਹੀਂ ਸੀ। ਤੇ ਉਹਨਾਂ ਨੇ ਫਿਰ ਰੈਫਰ ਕੀਤਾ, ਕਹਿੰਦੇ ਤੁਸੀਂ ਚੰਡੀਗੜ੍ਹ ਜਾਓ, ਆਪਣੀ ਕਨਵੀਨੀਅੰਸ ਨੂੰ ਦੇਖੋ, ਆਪਣਾ ਇਲਾਜ ਦੇਖੋ। ਤੋ ਫਿਰ ਮੇਰਾ ਇਲਾਜ ਸ਼ੁਰੂ ਹੋਇਆ ਸੀ ਮਈ 2003 'ਚ PGI ਚੰਡੀਗੜ੍ਹ, ਉਹ ਵੀ 1.5 ਮਹੀਨੇ ਦੇ ਟੈਸਟਾਂ ਤੋਂ ਬਾਅਦ। ਤੋ ਉੱਥੇ ਫਿਰ 6 ਮਹੀਨੇ ਦਾ ਇੰਟੈਂਸਿਵ ਕੋਰਸ ਸੀਗਾ। ALL ਕੋਰਸ ਡਿਸਾਈਡ ਹੋਇਆ ਸੀ, ਅਕਿਊਟ ਲਿੰਫੋਬਲਾਸਟਿਕ ਲਿਊਕੀਮੀਆ। ਇਹ ਵੀ ਬਲੱਡ ਕੈਂਸਰ ਦੇ ਵੀ ਅਲੱਗ-ਅਲੱਗ ਮਤਲਬ ਟਾਈਪਸ ਹੁੰਦੇ ਨੇ, ਤੇ ਅਲੱਗ-ਅਲੱਗ ਕੋਰਸਿਸ ਹੁੰਦੇ ਆ। ਤੇ 6 ਮਹੀਨੇ ਦਾ ਇੰਟੈਂਸਿਵ ਕੋਰਸ ਸੀ, ਫਿਰ 3 ਮਹੀਨੇ ਦਾ ਫਾਲੋਅਪ ਸੀ। ਤੇ 6 ਮਹੀਨੇ ਦੇ ਇੰਟੈਂਸਿਵ ਕੋਰਸ ਦਾ ਮਤਲਬ ਲਗਾਤਾਰ ਹਫਤੇ ਦੇ ਵਿੱਚ 5-5 ਦਿਨ 6-6 ਦਿਨ ਕੀਮੋਥੈਰੇਪੀ ਹੁੰਦੀ ਸੀ ਤੇ ਰੇਡੀਓਥੈਰੇਪੀ ਵੀ ਹੁੰਦੀ ਸੀ। ਤੇ ਉਸ ਤੋਂ ਬਾਅਦ ਫਿਰ 3 ਸਾਲ ਮਤਲਬ ਮਹੀਨੇ 'ਚ ਇੱਕ ਅੱਧੀ ਵਾਰ ਟੀਕਾ, ਉਹ ਪੂਰਾ ਫਾਲੋਅਪ ਕੀਤਾ, ਪੂਰਾ ਜਿਵੇਂ ਡਾਕਟਰਸ ਕਹਿੰਦੇ ਸੀ ਉਸ ਤਰੀਕੇ ਨਾਲ ਇਲਾਜ ਕਰਵਾਇਆ। ਤੇ ਮੇਨ ਇਹੀ ਹੁੰਦਾ ਕਿ ਜਿਸ ਨੂੰ ਇਹ ਸਮੱਸਿਆ ਹੁੰਦੀ ਹੈ, ਕੋਈ ਪ੍ਰੋਬਲਮ ਹੁੰਦੀ ਹੈ, ਸਹੀ ਡਾਕਟਰੀ ਇਲਾਜ ਕਰਾਇਆ ਜਾਵੇ। ਤੇ ਜਿਵੇਂ ਡਾਕਟਰਸ ਰეკਮੈਂਡ ਕਰਦੇ ਆ ਉਹਨੂੰ ਫੋਲੋ ਕੀਤਾ ਜਾਵੇ ਚੰਗੀ ਤਰੀਕੇ ਨਾਲ। ਹੁਣ ਤਾਂ ਪੰਜਾਬ ਦੇ ਵਿੱਚ, ਕਿਉਂਕਿ ਪਿਛਲੇ 15 ਸਾਲਾਂ ਦੌਰਾਨ ਬਹੁਤ ਜ਼ਿਆਦਾ ਗਿਣਤੀ ਵਧੀ ਹੈ ਕੈਂਸਰ ਪੇਸ਼ੈਂਟਸ ਦੀ, ਉਹਦੇ ਕਈ ਕਾਰਨ ਨੇ। ਤੇ 10ਵੀਂ ਦੇ ਵਿੱਚ ਫਿਰ ਮੇਰਾ 1 ਸਾਲ ਖਰਾਬ ਹੋ ਗਿਆ ਸੀ। ਉਸ ਤੋਂ ਬਾਅਦ ਫਿਰ ਆਪਣੀ ਵਿਲ ਪਾਵਰ ਦੇ ਨਾਲ ਤੇ ਮੈਂ ਦੁਬਾਰਾ ਪੜ੍ਹਾਈ ਸ਼ੁਰੂ ਕੀਤੀ। ਜਿਵੇਂ ਤੁਹਾਨੂੰ ਪਤਾ ਲੱਗਿਆ ਕਿ ਮੈਨੂੰ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਹੈ, ਤੁਹਾਡਾ ਪਹਿਲਾ ਰਿਐਕਸ਼ਨ ਕਿਵੇਂ ਦਾ ਸੀ, ਕਿਵੇਂ ਫੀਲ ਹੋਇਆ? ਦੇਖੋ ਜੀ, ਇਹ ਬਿਮਾਰੀ ਦਾ ਨਾਮ ਇਸ ਤਰ੍ਹਾਂ ਦਾ ਕਿ ਬੰਦਾ ਸੁਣ ਕੇ ਡਰ ਜਾਂਦਾ, ਕਿਉਂਕਿ ਹੁਣ ਪਿਛਲੇ ਕੁਝ ਸਾਲਾਂ ਦੇ ਦੌਰਾਨ ਕਾਫੀ ਲੋਕਾਂ ਨੂੰ ਇਹ ਪ੍ਰੋਬਲਮ ਨਾਲ ਮਤਲਬ ਟਾਕਰਾ ਕਰਨਾ ਪੈ ਰਿਹਾ ਤੇ ਬਹੁਤ ਜਾਨਾਂ ਵੀ ਗਈਆਂ ਨੇ। ਪੰਜਾਬ ਸਰਕਾਰ ਦੀ ਜਿਹੜੀ ਰਿਪੋਰਟ ਸੀ 2012 ਦੀ, ਤੇ 2007 ਤੋਂ ਲੈ ਕੇ 2012 ਤੱਕ 5 ਸਾਲਾਂ ਦੇ ਦੌਰਾਨ 33,318 ਬੰਦਿਆਂ ਨੇ ਜਾਨ ਗਵਾਈ ਆਪਣੀ ਕੈਂਸਰ ਦੇ ਕਰਕੇ। ਤੇ ਆਪਣੇ ਭਾਰਤ ਦੇ ਵਿੱਚ ਵੀ ਮਤਲਬ ਹਰ ਸਾਲ ਤਕਰੀਬਨ 8 ਤੋਂ 9 ਲੱਖ ਲੋਕ ਹਨ ਜਿਹੜੇ ਆਪਣੀ ਕੀਮਤੀ ਜਾਨਾਂ ਕੈਂਸਰ ਦੇ ਕਰਕੇ ਗਵਾ ਰਹੇ ਨੇ। ਤੇ ਇੱਕ ਵਾਰ ਤਾਂ ਸਾਰੇ ਡਰ ਹੀ ਜਾਂਦੇ ਨੇ, ਘਰ ਦੇ ਵਿੱਚ ਵੀ, ਪਰ ਇਹ ਕਿ ਘਰ ਦਾ ਮਾਹੌਲ ਪੋਜ਼ਿਟਿਵ ਸੀਗਾ। ਤੇ ਡਾਕਟਰਸ ਦਾ ਸਪੋਰਟ ਰਿਹਾ, ਟੀਚਰਸ ਦੀ ਸਪੋਰਟ ਰਹੀ। ਤੇ ਮੈਂ ਆਪ, ਕਿਉਂਕਿ ਸਾਹਿਤਕ ਰੁਚੀਆਂ ਮੇਰੀਆਂ ਉਸ ਦੌਰਾਨ ਪੈਦਾ ਹੋਈਆਂ, ਮੈਂ ਅਖਬਾਰਾਂ 'ਚ ਥੋੜ੍ਹਾ ਬਹੁਤ ਲਿਖਣਾ ਸ਼ੁਰੂ ਕਰਤਾ। ਤੇ ਪਰਮਾਤਮਾ ਤੇ ਭਰੋਸਾ ਸੀ, ਉਹ ਸਾਰੀਆਂ ਚੀਜ਼ਾਂ ਫੈਕਟਰ ਸਾਰੇ ਰਲ ਗਏ ਤੇ ਮੈਂ ਕੈਂਸਰ ਤੇ ਫਤਿਹ ਪ੍ਰਾਪਤ ਕੀਤੀ। ਤੇ ਹੋਰ ਨਾਲ ਅਚੀਵਮੈਂਟਸ ਹੋਈਆਂ ਬਹੁਤ ਪੜ੍ਹਾਈ ਦੇ ਨਾਲ। ਤੁਹਾਡਾ ਪਰਿਵਾਰਕ ਮਾਹੌਲ ਪੋਜ਼ਿਟਿਵ ਰਿਹਾ, ਤੁਹਾਨੂੰ ਸਕੂਲ ਵੱਲੋਂ ਸਪੋਰਟ ਮਿਲਦੀ ਰਹੀ। ਤੁਹਾਡਾ ਆਂਢ ਗੁਆਂਢ ਰਿਸ਼ਤੇਦਾਰਾਂ ਦਾ ਮਾਹੌਲ ਕਿਵੇਂ ਰਿਹਾ ਤੇ ਕਿਵੇਂ ਤੁਸੀਂ ਉਹਨਾਂ ਵਿੱਚ ਵਿਚਰਦੇ ਰਹੇ? ਦੇਖੋ ਜੀ, ਇਸ ਤਰ੍ਹਾਂ ਕਿ ਜਦੋਂ ਕੋਰਸ ਤੁਹਾਡਾ ਸ਼ੁਰੂ ਹੋ ਜਾਂਦਾ ਤਾਂ ਬੰਦਾ ਬਿਲਕੁਲ ਸੁਸਾਇਟੀ ਤੋਂ ਕੱਟ ਆਫ ਹੋ ਜਾਂਦਾ, ਆਈਸੋਲੇਸ਼ਨ ਦੇ ਵਿੱਚ ਆ ਜਾਂਦਾ, ਕਿਉਂਕਿ ਕਾਫੀ ਤੁਸੀਂ ਆਪਣਾ ਪ੍ਰੀਕਾਸ਼ਨਸ ਲੈਣੀਆਂ ਹੁੰਦੀਆਂ, ਤੁਹਾਡੀ ਬਾਡੀ ਕਾਫੀ ਵੀਕ ਹੋ ਜਾਂਦੀ ਹੈ। ਲਗਾਤਾਰ ਜਿਹੜੀਆਂ ਦਵਾਈਆਂ, ਇੰਨੀਆਂ ਸਖਤ ਦਵਾਈਆਂ ਜਾਂਦੀਆਂ, ਤੇ ਲਗਾਤਾਰ ਕਿਉਂਕਿ ਜਾਣਾ ਪੈਂਦਾ, ਤੇ ਬੰਦਾ ਟੁੱਟ ਜਾਂਦਾ ਸਮਾਜ ਵੱਲੋਂ ਵੀ। ਪਰ ਸਮਾਜ ਵੀ ਤੁਹਾਨੂੰ ਪਤਾ ਕਿ ਪੋਜ਼ਿਟਿਵ ਗੱਲਾਂ ਕਰਨ ਵਾਲੇ ਲੋਕ ਘੱਟ ਹੁੰਦੇ ਨੇ, ਨੈਗੇਟਿਵ ਕਰਨ ਵਾਲੇ ਜ਼ਿਆਦਾ ਹੁੰਦੇ ਨੇ। ਤੇ ਡਾਕਟਰਸ ਨੇ ਵੀ ਉਦੋਂ ਸਾਨੂੰ ਕਹਿਤਾ ਸੀ ਕਿ ਤੁਸੀਂ ਆਪਣੇ ਘਰ ਨਾਲ ਜਿਹੜੇ ਨੈਗੇਟਿਵ ਬੰਦੇ ਉਹਨਾਂ ਤੋਂ ਦੂਰ ਰਹੋ। ਤੇ
ਹਮੇਸ਼ਾ ਆਪਣਾ ਮਤਲਬ ਪੋਜ਼ਿਟਿਵ ਹੀ ਰੱਖਣੀ ਹੈ ਆਪਣੀ ਸੋਚ। ਤਾਂ 6 ਮਹੀਨੇ ਦਾ ਜੇ ਤੁਸੀਂ ਇਲਾਜ ਪੂਰੀ ਮਤਲਬ ਵਧੀਆ ਤਰੀਕੇ ਨਾਲ ਕਰਾ ਲਓਗੇ, ਜਿਵੇਂ ਅਸੀਂ ਕਹਿੰਦੇ ਆ ਚੰਗੇ ਤਰੀਕੇ ਨਾਲ ਕਰਾ ਲਓਗੇ ਤਾਂ ਬਚ ਸਕਦੇ ਹੋ, ਤਾਂ ਪੂਰੇ ਚਾਂਸ ਹੈ। ਹਾਲਾਂਕਿ ਸਟੇਜ ਤਾਂ ਮੇਰੀ ਮਤਲਬ ਤੀਸਰੀ ਸਟੇਜ ਤੋਂ ਪਾਰ ਹੋ ਚੁੱਕਿਆ ਸੀ, ਤਾਂ ਪਰ ਇਹ ਹੈ ਕਿ ਇਲਾਜ ਮੇਰਾ ਟਾਈਮ ਸਿਰ ਸ਼ੁਰੂ ਹੋ ਗਿਆ, ਤਾਂ ਬੋਡੀ ਨੇ ਵੀ ਚੰਗਾ ਰਿਸਪੌਂਸ ਕੀਤਾ ਦਵਾਈਆਂ ਨੂੰ। ਪਰ ਮੇਨ ਇਹ ਗੱਲ ਹੁੰਦੀ ਹੈ ਕਿ ਤੁਸੀਂ ਟਾਈਮ ਸਿਰ ਪਹੁੰਚ ਜਾਓ ਤੇ ਤੁਹਾਡਾ ਇਲਾਜ ਸ਼ੁਰੂ ਹੋ ਜਾਏ, ਤੁਹਾਡੀ ਬਿਮਾਰੀ ਪਕੜ ਚ ਆ ਜਾਏ, ਫਿਰ ਤੁਸੀਂ ਬਚ ਸਕਦੇ ਹੋ ਇਸ ਬਿਮਾਰੀ ਤੋਂ। ਅੱਛਾ, ਤੁਸੀਂ ਉਸ ਸਮੇਂ ਕਿਹੜੀ ਕਲਾਸ ਵਿੱਚ ਸੀ, ਕਿੰਨੇ ਸਾਲਾਂ ਦੀ ਉਮਰ ਸੀਗੀ ਜਦੋਂ ਇਹ ਬਿਮਾਰੀ ਤੁਹਾਨੂੰ ਪਤਾ ਲੱਗਿਆ? ਮੈਂ ਉਦੋਂ ਮਤਲਬ ਦੱਸਿਆ ਨਾ, ਜਿਵੇਂ 9ਵੀਂ ਪਾਸ ਕਰਕੇ 10ਵੀਂ ਚ ਆਇਆ ਸੀ, 15 ਸਾਲ ਦੀ ਉਮਰ ਸੀ। ਤਾਂ ਉਸ ਸਮੇਂ ਦਾ ਸੋਚਿਆ ਕੁਝ ਹੋਰ ਸੀ ਵੀ 10ਵੀਂ ਤੋਂ ਬਾਅਦ ਕੁਝ ਮੈਂ ਮੈਡੀਕਲ ਨॉन ਮੈਡੀਕਲ ਕਰੂੰਗਾ, ਪਰ ਕਿਉਂਕਿ ਸਿਹਤ ਇਸ ਤਰੀਕੇ ਦੀ ਹੋ ਗਈ, 1 ਸਾਲ ਮੇਰਾ ਖਰਾਬ ਹੋ ਗਿਆ ਸੀ, ਤਾਂ ਫਿਰ ਮੈਂ ਆਰਟਸ ਸਬਜੈਕਟ ਹੀ ਰੱਖੇ। तो उसके बाद 10वीं च मेरा जो रिजल्ट आया 78.46% नंबर आए सी, तो काफ़ी अखबारों ने मीडिया ने कवर किया सी कि बीमारी के बावजूद भी इन्ने % नंबर ले हैं। क्योंकि जो मैं मेरा मतलब घरे बैठा सीगा, उम्मीद है नहीं सी अगे कि पढ़ सकूँगा भी कि नहीं, क्योंकि लगातार PGI जाना पैंदा सी, शरीर इन्ना कमज़ोर हो चुका सी। उदों असीं एक अखबार दे विच खबर पढ़ी सी चंडीगढ़ के किसी मुंडे की कि उन्हें बोन कैंसर सी, तो मेरे तो भी काफ़ी मतलब खतरनाक सी उहदा। तो उसके बावजूद उसने 60% नंबर ले सी 10वीं विच। तो मैंने उस खबर ने बड़ा इंस्पायर किया कि जो ये लै सकता तो मैं भी अगे पढ़ सकदा। तो मीडिया का बड़ा बड़ा रोल है। जो मैं इत्थे इंटरव्यू कर रहा या पहला भी मैं जिवें सोशल मीडिया तो TV या अखबारों थ्रू कैंसर अवेयरनेस तो कुछ ना कुछ लिखता रहना हुन्ना, तो बहुत लोगों के मैंने कॉल्स आउंदियां। तो जिवें तुसीं अपनी एग्जाम्पल जो पेश करदे हो किसी नूं, उहदे भी इंस्पिरेशन मिलती है। तो उदों तुहानूं दस्सिआ जिवें 10वीं च होया सी, पर यह कि ये सारियां गल्लां पॉजिटिव लोगों के नाल विचरना, पॉजिटिव लोगों के विचार सुनने, किताबां पढ़नियां, वो सारिਆਂ ने मतलब माइंड ਨੂੰ काफ़ी मतलब पॉजिटिव रखा। तो जिस करके मैं मतलब पढ़ाई ਦੇ ਵਿੱਚ भी मतलब होर गतिविधियों ਦੇ ਵਿੱਚ एक्स्ट्रा करिकुलर एक्टिविटीज़ भी काफ़ी नाम जिते, स्टेट लैवल ਦੇ, डिस्ट्रिक्ट लैवल ਦੇ, नैशनल लैवल ਦੇ। तो वो सारा पॉजिटिव माहौल ਦਾ ਹੀ ਹੈ। तो पॉजिटिव रखो तुसी अपना माइंड। ਤੁਸੀਂ आप भी पॉजिटिव हो, लोगों को भी पॉजिटिव रखते हो, अवेयर करते हो कैंसर प्रति। इदां दी किहड़ी घटना या की चीज़ सी जिन्हें हरगुरप्रीत नूं पॉजिटिव रहण लई मजबूर किया कैंसर के दौरान? देखो जी, इस तरह के घटनावां बहुत होंदियां ने। जिवें जिवें तुहानूं दस्सिआ कि 15 साल की उम्र सी, तो साडे नाल जिहड़े होर इलाज करा रहे सी मुंडे, वो भी टीनेजर सी मोस्टली। तो उत्थे तरह तरह के लोग दिखते सीगे, तरह तरह के मतलब एक्सपीरियंस होंदे सी। तो डॉक्टर्स वालों भी कोई ना कोई इंस्पिरेशन मिलती सीगी। तो फिर मैं अखबारों च भी लिखना शुरू करती प्रेरक कहानियां। जो मेरी पहली प्रेरक कहानी जी छपी सी अखबार दे विच, सी स्वामी विवेकानंद के जीवन के नाल संबंधित सी, बचपन की घटना सी। तो मैं पहला भी कई बार सुनाई है कि कॉल टू द नेशन बुक है स्वामी जी की, उहदे विचों पढ़ी सी कि मतलब एक बार वो जंगल च जा रहे बचपन दे विच, कुछ बांदर उन्होंने मगर पै गए, तो भज्जन लग गए डर के। तो किसी दूरों किसी सियाणे बंदे ने कहा कि डरो ना, डट के मुकाबला करो, खड़े हो जाओ, भज्जो ना। तो उन्होंने बिल्कुल इस तरीके नाल कीता, तो बांदर वापस मुड़ गए। तो स्वामी जी बाद अपने लैक्चरां दे विच अक्सर जिक्र करते थे कि बांदर जिहड़े हैं ये जीवन रूपी जंगल दे विच समस्यावां की तरह, जे तो इन्हां तो डर जाएंगे फिर तो तुहानूं मार देणगीआं, ते जे डट के मुकाबला करांगे तो इन्हां ते फतेह प्राप्त करांगे। तो मैनूं इस घटना ने बड़ा इंस्पायर किया। मैं अखबारों दे विच छोटा लिखना शुरू करता। तो 108 प्रेरक प्रसंग लिखे जिहड़े, तो उहदी किताब भी छप के आ गई सीगी, जिसका मुसीबतां तो ना घबराओ किताब। इनू भी हुण 10-11 साल हो चुके हैं। तो हुण तक मेरे तकरीबन अखबार छोटे बड़े लेख जो मिला लिए, कहानियां, फीचर्स, आर्टिकल्स मिला के 400 तो उत्ते रचनावां छप चुकी हैं। तो यह कि जो तुसीं नैगेटिव चीज़ नूं पॉजिटिव तरीके नाल लो तो उहदे बेनीफिट भी बहुत है। पर यह है कि तुसीं अपना माइंड नूं तुसीं अपना पॉजिटिव रखना बहुत जरूरी है। हरगुण जी, एक कोई अजिही घटना उस समय के दौरान जिन्हें तुहानूं बहुत दुख पहुंचाया होवे? घटनावां तो जी इस तरीके दियां, क्योंकि लगातार असीं पेशेंट्स दे नाल विचरदे सीगे, जिहड़े साडे नाल ही कई वारी इलाज करा रहे हुंदे सीगे, पता लगदा सी कि ओह मतलब डैथ हो गई जां कुछ हो गया। पर यह कि पॉजिटिव गल्लां भी बहुत रहियां जिन्हां तो असीं इंस्पायर होए सी। क्योंकि मैं देखिआ कि इस बीमारी दे विच ना तुसीं उहनां नूं देखो जिहड़े ठीक होए हैं, तुसीं उहनां नूं ना देखो कि जिहड़े लोग चल वैसे, क्योंकि हरेक दा बीमारी दा इलाज वखरा, तो स्टेज वखरी है, तो सरकमस्टांसिस वखरे हैं। तो सानू उन्हां पेशेंट्स नूं वल ज़्यादा देखना चाहिए जिहड़े इस बीमारी तो ठीक होंदे हैं। क्योंकि जिहड़े लोग ने सोसाइटी दे विच वो आगे इहो जिहियां गल्लां करनगे, फलाणे नूं हो गया सी, ओहदा बचिआ नहीं जी, तुहानूं भी ये हो गई, क्योंकि लोगों ने नैगेटिव गल ही करनी हुंदी है। तुसीं उन्हां नूं देखो जिहड़े ठीक होए ने। अजकल तो वैसे भी अजकल इन्ना मटीरियल अवेलेबल है
ਚਾਹੇ ਤੁਸੀਂ ਕਿਤਾਬਾਂ ਦੇ ਰੂਪ ਵਿੱਚ ਜਾਂ ਨੈਟ ਤੇ ਇੰਨੇ ਅਵੇਲੇਬਲ ਹੈ, ਕੈਂਸਰ ਸਰਵਾਈਵਰਸ ਕਿੰਨਾ ਕੁਝ ਕਰ ਰਹੇ ਨੇ। ਹੁਣ ਜੇ ਆਪਾਂ ਫੇਮਸ ਪਰਸਨੈਲਿਟੀਜ਼ ਦੇਖ ਲਈਏ, ਯੁਵਰਾਜ ਸਿੰਘ ਹੋ ਗਿਆ, ਲੀਜ਼ਾ ਰੇ, ਇਹ ਸਾਰੇ ਸੈਲੀਬ੍ਰਿਟੀਜ਼ ਨੇ, ਮਨੀਸ਼ਾ ਕੋਇਰਾਲਾ, ਸੋਨਾਲੀ ਬਿੰਦਰੇ, ਅਨੁਰਾਗ ਬਸੂ, ਇਹ ਸਾਰੇ ਠੀਕ ਹੋਏ ਨੇ ਇਸ ਬਿਮਾਰੀ ਤੋਂ। ਤੇ ਅੱਗੇ ਵੀ ਲੋਕਾਂ 'ਚ ਮਤਲਬ ਅਵੇਅਰਨੈਸ ਫੈਲਾ ਰਹੇ ਨੇ ਇਹ। ਤੁਸੀਂ ਦੱਸਿਆ ਕਿ ਤੁਹਾਨੂੰ ਬਹੁਤ ਛੋਟੀ ਉਮਰੇ ਤੁਸੀਂ 10ਵੀਂ 'ਚ ਪੜ੍ਹਦੇ ਸੀ, ਕੈਂਸਰ ਹੋ ਗਿਆ, ਫਿਰ ਪੜ੍ਹਾਈ ਦਾ ਗੈਪ ਵੀ ਪੈ ਗਿਆ। ਫਿਰ ਉਸ ਤੋਂ ਬਾਅਦ ਹਰਗੁਣ ਨੇ ਪੜ੍ਹਾਈ ਕਿਵੇਂ ਸ਼ੁਰੂ ਕੀਤੀ, ਕਿੱਥੇ ਤੱਕ ਪਹੁੰਚਿਆ, ਕਿਸ ਪੋਜੀਸ਼ਨ ਤੱਕ ਪੜ੍ਹਾਈ ਕੀਤੀ, ਕਿਸ ਲੈਵਲ ਤੇ ਆਏ? ਹਾਂਜੀ, ਤੇ ਜਿਵੇਂ ਦੱਸਿਆ ਕਿ ਲਗਾਤਾਰ ਕੋਰਸ 6 ਮਹੀਨੇ ਦਾ ਇੰਟੈਂਸਿਵ ਸੀ, ਤੇ ਸਕੂਲ ਤਾਂ ਜਾਇਆ ਨਹੀਂ ਸੀ ਜਾਂਦਾ, ਤੇ 1 ਸਾਲ ਮੇਰਾ ਪੜ੍ਹਾਈ ਦਾ ਗੈਪ ਪੈ ਗਿਆ ਸੀ। ਉਸ ਤੋਂ ਬਾਅਦ ਫਿਰ ਹਿੰਮਤ ਕਰਕੇ ਘਰਦਿਆਂ ਨੇ ਹੌਸਲਾ ਅਫਜ਼ਾਈ ਕੀਤੀ। ਕੁਝ ਮੇਰੇ ਮਨ ਦੇ ਵਿੱਚ ਵੀ ਸੀ, ਵਿਲ ਪਾਵਰ ਸੀ, ਕਿਉਂਕਿ ਮੈਂ ਚਾਹੁੰਦਾ ਸੀ ਅੱਗੇ ਪੜ੍ਹਨਾ। ਤੇ ਜੇ ਤਾਂ ਡਰ ਕੇ ਬੈਠ ਜਾਓ ਫਿਰ ਤਾਂ ਕੋਈ ਫਾਇਦਾ ਨਹੀਂ ਨਾ ਹੁੰਦਾ। ਉਹ ਥਾਟ ਹੈ ਨਾ, ਜਿਵੇਂ ਕਿ ਗੀਤ ਵਾਂਗ ਜਦ ਜੀਵਨ ਵਗਦਾ, ਖੁਸ਼ ਰਹਿਣਾ ਹੈ ਸੌਖਾ ਲੱਗਦਾ, ਪਰ ਬੰਦਾ ਤਾਂ ਉਹੀ ਕਹਾਵੇ, ਔਖੀ ਘੜੀ ਵੀ ਜੋ ਮੁਸਕਾਵੇ। ਤੇ ਔਖੀ ਘੜੀ 'ਚ ਮੁਸਕਾਉਣ ਵਾਲਾ ਹੀ ਬੰਦਾ ਹੁੰਦਾ, ਨਹੀਂ ਤਾਂ ਡਰ ਕੇ ਭੱਜੋ ਤੁਸੀਂ ਬੈਠ ਜਾਓ, ਉਹਦਾ ਕੋਈ ਫਾਇਦਾ ਨਹੀਂ ਹੁੰਦਾ। ਤੇ ਫਿਰ ਮੈਂ 10ਵੀਂ 'ਚ ਦੁਬਾਰਾ ਦਾਖਲਾ ਲਿਆ। ਤੁਹਾਨੂੰ ਦੱਸਿਆ ਜਿਵੇਂ ਪਹਿਲਾਂ ਮੇਰੇ 78.46% 46% ਨੰਬਰ ਆਏ। ਉਸ ਤੋਂ ਬਾਅਦ ਫਿਰ +1 ਦੇ ਵਿੱਚ ਟੌਪ ਕੀਤਾ, +2 ਦੇ ਵਿੱਚ ਟੌਪ ਕੀਤਾ, ਫਿਰ ਗ੍ਰੈਜੂਏਸ਼ਨ 'ਚ BA ਦੇ ਵਿੱਚ ਟੌਪ ਕੀਤਾ, ਫਿਰ MA ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ, ਉਸ 'ਚ ਵੀ ਟੌਪ ਕੀਤਾ। ਤੇ ਫਿਰ ਬਾਅਦ MPhil ਦੇ ਵਿੱਚ। ਉਸ ਤੋਂ ਬਾਅਦ ਅੱਜ-ਕੱਲ੍ਹ ਹੁਣ PhD ਕਰ ਰਿਹਾ, ਤੇ ਨਾਲ ਅਸਿਸਟੈਂਟ ਪ੍ਰੋਫੈਸਰ ਵਜੋਂ ਪੜ੍ਹਾ ਵੀ ਰਿਹਾ ਚਿਤਕਾਰਾ ਯੂਨੀਵਰਸਿਟੀ ਦੇ ਵਿੱਚ। ਇਹ ਤਾਂ ਅਸੀਂ ਇੱਕ ਅਜਿਹੇ ਹਰਗੁਣ ਜਿਨ੍ਹਾਂ ਨੇ ਆਪਣੀ ਅਕੈਡਮੀ ਕੀਤੀਆਂ, ਉਸ ਤੋਂ ਬਾਅਦ ਤੁਸੀਂ ਸਾਹਿਤਕ ਨਾਲ ਵੀ ਜੁੜੇ ਹੋਏ ਹੋ। ਉਸ ਸਮੇਂ ਜੁੜੇ ਜਦੋਂ ਤੁਸੀਂ ਕੈਂਸਰ ਵਰਗੀ ਬਿਮਾਰੀ ਨਾਲ ਵੀ ਲੜ ਰਹੇ ਸੀ। ਅੱਜ ਹਰਗੁਣਪ੍ਰੀਤ ਸਾਹਿਤਕ ਦੇ ਰੂਪ 'ਚ ਕਿੱਥੇ ਤੱਕ ਪਹੁੰਚ ਚੁੱਕਿਆ? ਦੇਖੋ ਜੀ, ਇਹ ਤਾਂ ਸਮੁੰਦਰ ਹੈ। ਸਾਹਿਤ ਆਪਾਂ ਕੋਈ ਵੀ ਫੀਲਡ ਲੈ ਲਈਏ, ਤਾਂ ਬੰਦੇ ਨੂੰ ਮੈਂ ਦੇਖਿਆ ਕਿ ਸਟੂਡੈਂਟ ਹੀ ਸਮਝਣਾ ਚਾਹੀਦਾ ਆਪਾਂ ਨੂੰ। ਕਿਸੇ ਵੀ ਫੀਲਡ ਦੇ ਵਿੱਚ ਬੰਦਾ ਹੋਵੇ, ਚਾਹੇ ਜਰਨਲਿਜ਼ਮ ਹੋਵੇ, ਚਾਹੇ ਲਿਟਰੇਚਰ ਹੋਵੇ, ਚਾਹੇ ਕੋਈ ਵੀ ਫੀਲਡ ਹੋਵੇ, ਆਪਣੇ ਆਪ ਨੂੰ ਸਟੂਡੈਂਟ ਹੀ ਸਮਝਣਾ ਜ਼ਰੂਰੀ ਹੈ। ਤੇ ਹਾਲੇ ਸਿੱਖ ਰਹੇ ਹਾਂ, ਅਸੀਂ ਰੋਜ਼ ਸਿੱਖ ਰਹੇ ਹਾਂ। ਜਿਵੇਂ ਤੁਹਾਨੂੰ ਦੱਸਿਆ ਕਿ ਮੈਂ ਅਖਬਾਰਾਂ ਦੇ ਪੰਜਾਬੀ ਦੇ ਮੋਸਟਲੀ ਜਿੰਨੇ ਵੀ ਅਖਬਾਰ ਹੈ, ਇਹਨਾਂ ਵਿੱਚ ਪਹਿਲਾਂ ਪ੍ਰੇਰਕ ਕਹਾਣੀਆਂ ਛਪਦੀਆਂ ਸੀਗੀਆਂ। ਉਸ ਤੋਂ ਬਾਅਦ ਫਿਰ ਅਖਬਾਰਾਂ ਆਰਟੀਕਲਸ ਲਿਖਣੇ ਸ਼ੁਰੂ ਕਰਤੇ, ਫੀਚਰ ਲਿਖਣੇ ਸ਼ੁਰੂ ਕਰਤੇ ਜਦੋਂ ਜਰਨਲਿਜ਼ਮ ਦੇ ਵਿੱਚ ਆ ਗਏ। ਤੇ ਉਸ ਤੋਂ ਬਾਅਦ ਹੁਣ ਤਕਰੀਬਨ 400 ਤੋਂ ਵੱਧ ਛਪ ਚੁੱਕੇ ਨੇ ਛੋਟੇ ਵੱਡੇ ਲੇਖ ਜਿੰਨੇ ਵੀ ਹੈ। ਅਕਸਰ ਲਿਖਦੇ ਰਹੀਦਾ। ਹੁਣ ਤਾਂ ਬੱਚਿਆਂ ਨੂੰ ਇੰਸਪਾਇਰ ਕਰੀਦਾ, ਵਿਦਿਆਰਥੀ ਵੀ ਲਿਖਦੇ ਨੇ, ਅਸੀਂ ਉਹਨਾਂ ਦੀਆਂ ਰਚਨਾਵਾਂ ਪੜ੍ਹ ਕੇ ਵੀ ਖੁਸ਼ ਹੋਈਦਾ। ਤੇ ਇਹ ਤਾਂ ਬਹੁਤ ਵੱਡਾ ਸਮੁੰਦਰ ਹੈ। ਜਿੰਨਾ ਤੁਸੀਂ ਸਾਹਿਤ ਦੇ ਨੇੜੇ ਜਾਓਗੇ ਉਨਾ ਹੀ ਤੁਹਾਡਾ ਹਿੱਤ ਹੋਏਗਾ। ਤੇ ਪੋਜ਼ਿਟਿਵ ਚੀਜ਼ਾਂ ਤੁਹਾਨੂੰ ਸਿੱਖਣ ਨੂੰ ਮਿਲਦੀਆਂ, ਕੰਸਟਰਕਟਿਵ ਤੁਹਾਡੀ ਅਪਰੋਚ ਬਣਦੀ ਹੈ, ਤੁਹਾਡਾ ਮਾਈਂਡ ਸੈਟ ਜਿਹੜਾ ਉਹ ਪੋਜ਼ਿਟਿਵ ਬਣਦਾ ਸਾਹਿਤ ਪੜ੍ਹਨ ਦੇ ਨਾਲ। ਤੇ ਹਰਗੁਣਪ੍ਰੀਤ ਸਿੰਘ ਹੁਣ ਅਸਿਸਟੈਂਟ ਪ੍ਰੋਫੈਸਰ ਹੈ, ਚਿਤਕਾਰਾ ਯੂਨੀਵਰਸਿਟੀ 'ਚ ਪੜ੍ਹਾਉਂਦਾ। ਤੇ ਵਿਹਲੇ ਸਮੇਂ ਤੁਸੀਂ ਕੀ ਕਰਦੇ ਹੋ? ਆਪਣਾ ਵਿਹਲਾ ਸਮਾਂ ਕਿਵੇਂ ਬਿਤਾਉਂਦੇ ਹੋ? ਦੇਖੋ ਜੀ, ਤਾਂ ਸਾਹਿਤਕ ਰੁਚੀਆਂ ਤਾਂ ਨਾਲ ਚੱਲਦੀਆਂ ਨੇ। ਤੇ ਕਿਉਂਕਿ ਹੁਣ ਟੀਚਿੰਗ ਤੁਹਾਡੀ ਇੱਕ ਬੜੀ ਜ਼ਿੰਮੇਵਾਰੀ ਵਾਲੀ ਜੌਬ ਹੁੰਦੀ ਹੈ। ਤੇ ਹੁਣ ਸਾਰਾ ਦਿਨ ਤਕਰੀਬਨ ਬੱਚਿਆਂ ਬਾਰੇ ਜ਼ਿਆਦਾ ਸੋਚੀਦਾ, ਤੇ ਬੱਚਿਆਂ ਨੂੰ ਕਿਵੇਂ ਇੰਸਪਾਇਰ ਕਰ ਸਕਦੇ ਹਾਂ, ਅਵੇਅਰ ਕਰ ਸਕਦੇ ਹਾਂ ਪੜ੍ਹਾਈ ਪ੍ਰਤੀ, ਕਿਵੇਂ ਉਹਨਾਂ ਦਾ ਮਤਲਬ ਇੰਟਰਸਟ ਪੈਦਾ ਕਰ ਸਕਦੇ ਹਾਂ। ਤੇ ਉਹ ਨਾਲ ਚੱਲੀ ਜਾਂਦੀਆਂ ਐਕਟੀਵਿਟੀਜ਼। ਤੇ ਨਾਲ ਜਰਨਲਿਜ਼ਮ ਵੀ ਚੱਲੀ ਜਾਂਦਾ, ਨਾਲ ਇੱਧਰ ਮੇਰਾ ਲਿਟਰੇਚਰ ਵੀ ਚੱਲੀ ਜਾਂਦਾ। ਤੇ ਕਾਫੀ ਕੁਝ ਸਿੱਖਣ ਨੂੰ ਮਿਲਦਾ। ਅਸੀਂ ਬੱਚਿਆਂ ਤੋਂ, ਯੰਗ ਮਾਈਂਡਸ ਤੋਂ ਕਾਫੀ ਕੁਝ ਸਿੱਖਦੇ ਹਾਂ। तो कहने टीचिंग इज द मदर ऑफ ऑल प्रोफेशंस। मैं इसे करके चुनिया सी टीचिंग, क्योंकि मेरे फादर साहब भी टीचर रहे हैं, वो भी अपने टाइम दे बड़े रिस्पैक्टेबल उन्होंने जॉब की है। मेरे ग्रैंड फादर साहब वो भी टीचर थे। तो साडी फैमिली विच काफ़ी मतलब एजुकेशन वाला माहौल रहा। तो मेरा भी इंटरस्ट से कि मैं टीचिंग लाइन 'ਚ जावां, क्योंकि काफ़ी कुछ सीखने ਨੂੰ ਮਿਲਦਾ। ਤੁਸੀਂ ਆਪ ਬਹੁਤ ਗਰੋ ਕਰਦੇ ਹੋ ਟੀਚਿੰਗ ਪ੍ਰੋਫੈਸ਼ਨ ਦੇ ਵਿੱਚ। ਹਾਂਜੀ ਹਰਗੁਣ ਜੀ, ਤੁਸੀਂ ਲਿਖਦੇ ਹੋ, ਸਾਡੇ ਦਰਸ਼ਕਾਂ ਲਈ ਕਦ ਦੀ ਲਿਖੀ ਕੋਈ ਚੀਜ਼? ਹਾਂਜੀ, ਜਿਵੇਂ ਮੈਂ ਤੁਹਾਨੂੰ ਪਹਿਲਾਂ ਕਹਾਣੀਆਂ, ਜਿਵੇਂ ਪ੍ਰੇਰਕ ਕਹਾਣੀਆਂ ਹੋ ਗਈਆਂ ਜਾਂ ਪ੍ਰੇਰਕ ਪ੍ਰਸੰਗ ਹੋ ਗਏ, ਜਿਵੇਂ ਮੈਂ ਪਹਿਲਾਂ ਤੁਹਾਨੂੰ ਇੱਕ ਸੁਣਾਇਆ। ਤੇ ਉਸ ਤੋਂ ਇਲਾਵਾ ਜਿਵੇਂ ਲੇਖ ਹੋ ਗਏ, ਕਿਸੇ ਨਾ ਕਿਸੇ ਪਰਸਨੈਲਿਟੀ ਬਾਰੇ ਲੇਖ ਹੋ ਗਏ। ਵੈਸੇ ਮੈਂ ਇੱਕ ਕਵਿਤਾ ਸੁਣਾ ਦਿੰਦਾ ਜਿਹੜੀ ਮੈਨੂੰ ਇੰਸਪਾਇਰ ਕਰਦੀ ਰਹੀ ਹੈ। ਹਾਲਾਂਕਿ ਮੇਰੀ ਲਿਖੀ ਹੋਈ ਨਹੀਂ ਹੈ, ਮੇਰੇ ਪੜਦਾਦਾ ਜੀ ਰਾਜ ਕਵੀ ਸਰਦਾਰ ਬਲਵੰਤ ਸਿੰਘ ਗੁਜਰਾਜ ਉਹਨਾਂ ਦੀ ਲਿਖੀ ਹੋਈ ਹੈ। ਤੇ ਮੈਂ ਅਕਸਰ ਕਿਤੇ ਵੀ ਕੋਈ ਸਟੇਜ ਤੇ ਜਾਂ ਕਿਤੇ ਵੀ ਕੋਈ ਫੰਕਸ਼ਨ ਹੋਵੇ ਤਾਂ ਮੈਨੂੰ ਵੀ ਇੰਸਪਾਇਰ ਕਰਦੀ ਹੈ, ਤੇ ਜਿਹੜਾ ਸੁਣਦਾ ਉਹਨੂੰ ਵੀ ਇੰਸਪਾਇਰ ਕਰਦੀ ਹੈ। ਤੇ ਮਿਹਨਤ ਉੱਤੇ ਵੈਸੇ ਕਿ ਸਮੇਂ ਨੂੰ ਆਪਾਂ ਕਿਸ ਤਰੀਕੇ ਨਾਲ ਸਹੀ ਉਹਦਾ ਉਪਯੋਗ ਕਰੀਏ, ਸਦਉਪਯੋਗ ਕਰੀਏ, ਤਾਂ ਕਿ ਅਸੀਂ ਮਤਲਬ ਕਿਸੇ ਵੀ ਫੀਲਡ ਦੇ ਵਿੱਚ ਸਫਲਤਾ ਹਾਸਲ ਕਰ ਸਕੀਏ। ਤੇ ਮੈਂ ਦੋ ਕੁ ਲਾਈਨਾਂ ਸੁਣਾ ਦਿੰਦਾ। ਉਹ ਹੈ ਕਿ ਸਮਾਂ ਉਸ ਨੂੰ ਕਦੇ ਨਹੀਂ ਸਮਾ ਦਿੰਦਾ ਜਿਹੜਾ ਸਮੇਂ ਨੂੰ ਸਮਾਂ ਪਛਾਣਦਾ ਨਹੀਂ। ਰੱਬ ਉਸ ਨੂੰ ਉੱਚਾ ਨਹੀਂ ਕਦੇ ਕਰਦਾ ਜਿਹੜਾ ਆਪ ਉੱਚਾ ਹੋਣ ਜਾਣਦਾ ਨਹੀਂ। ਹਿੰਮਤ ਹਾਰ ਕੇ ਢੇਰੀਆਂ ਢਾਹ ਬਹਿਣਾ, ਝੁਰਨਾ ਕਿਸਮਤ ਤੇ ਕੰਮ ਇਨਸਾਨ ਦਾ ਨਹੀਂ। ਜਿਹੜਾ ਪੈਰਾਂ ਦੇ ਹੇਠ ਮਧੋਲਾ ਗਿਆ ਉਹਨੂੰ ਉਹਨਾਂ ਕੱਖਾਂ ਨੂੰ ਡੰਗਰ ਵੀ ਸਿਆਣਦਾ ਨਹੀਂ।
ਪੱਥਰ ਦੇਣ ਹੀਰੇ ਸਿੱਪ ਦੇਣ ਮੋਤੀ, ਹਿੰਮਤ ਨਾਲ ਜਦ ਕਿਸਮਤ ਅਜ਼ਮਾਈ ਦੀ ਹੈ, ਖੂਹ ਚੱਲ ਕੇ ਕਦੇ ਨਹੀਂ ਪਾਸ ਆਉਂਦਾ, ਆਪ ਅੱਪੜ ਕੇ ਤ੍ਰੈ ਬੁਝਾਈ ਦੀ ਹੈ। ਢਿੱਲੀ ਜੋੜੀ ਦੇ ਰੰਗ ਨਾ ਹੋ ਢਿੱਲਾ, ਕਸੇ ਹੋਏ ਨਗਾਰੇ ਹੀ ਗੱਜਦੇ ਨੇ, ਗਜਰਾਜ ਧਰਤੀ ਗਗਨ ਸਮੁੰਦਰ ਉਹਨਾਂ ਨੂੰ ਰਾਹ ਦਿੰਦੇ ਜਿਹੜੇ ਅੱਗੇ ਹੋ ਕੇ ਰਾਹ ਲੱਭਦੇ ਨੇ। ਤੇ ਇਹ ਕਵਿਤਾ ਮੇਰੇ ਖਾਸ ਦਿਲ ਦੇ ਨੇੜੇ ਹੈ, ਤੇ ਬਹੁਤ ਇੰਸਪਾਇਰ ਕਰਦੀ ਹੈ ਮੈਨੂੰ। ਤੁਸੀਂ ਲੋਕਾਂ ਨੂੰ, ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਦੇਖੋ ਜੀ, ਜੇ ਤਾਂ ਖਾਸ ਤੌਰ ਤੇ ਜੇ ਆਪਾਂ ਕੈਂਸਰ ਦੀ ਗੱਲ ਕਰੀਏ ਤਾਂ ਕੈਂਸਰ ਦੇ ਵਿੱਚ ਤਾਂ ਇਹ ਸੰਦੇਸ਼ ਹੈ ਕਿ ਜੇ ਤੁਹਾਨੂੰ ਰੈਗੂਲਰ ਚੈੱਕਅਪ ਕਰਾਓ, ਕਿਉਂਕਿ ਪੰਜਾਬ ਦੇ ਵਿੱਚ ਮਤਲਬ ਬੰਦਿਆਂ ਨੂੰ ਤਾਂ ਹੁੰਦੀ ਹੈ, ਲੇਡੀਜ਼ ਨੂੰ ਜ਼ਿਆਦਾ ਹੋ ਰਿਹਾ, ਲੇਡੀਜ਼ ਇਸ ਪ੍ਰੋਬਲਮ ਨੂੰ ਤੋਂ ਜ਼ਿਆਦਾ ਸਫਰ ਕਰ ਰਹੀਆਂ। ਹੁਣ ਮੇਰਾ PhD ਦਾ ਟੌਪਿਕ ਵੀ ਇਹੀ ਹੈ, ਹੈਲਥ ਕਮਿਊਨੀਕੇਸ਼ਨ ਫॉर ਕੈਂਸਰ ਅਵੇਅਰਨੈਸ ਅਮੰਗ ਵੂਮਨ ਇਨ ਰੂਰਲ ਪੰਜਾਬ। तो क्योंकि लेडीज ਮੈਨੂੰ ਲੱਗਦਾ ਕਿ ਘਰ ਮਤਲਬ ਆਪਣੇ ਘਰਦਿਆਂ ਜਾਂ ਆਪਣੇ ਪਰਿਵਾਰ ਪ੍ਰਤੀ, ਆਪਣੇ ਬੱਚਿਆਂ ਪ੍ਰਤੀ ਉਹਨਾਂ ਦੀ ਜ਼ਿੰਮੇਵਾਰੀਆਂ ਇੰਨੀਆਂ ਕਿ ਆਪਣੀ ਸਿਹਤ ਦਾ ਉਹ ਖਿਆਲ ਨਹੀਂ ਰੱਖਦੀਆਂ। ਤੇ ਇਹ ਕਿ ਜਦੋਂ ਵੀ ਤੁਹਾਨੂੰ ਕੋਈ ਪ੍ਰੋਬਲਮ ਲੱਗੇ ਆਪਣੀ ਬਾਡੀ ਦੇ ਵਿੱਚ, ਰੈਗੂਲਰ ਚੈੱਕਅਪ ਜ਼ਰੂਰੀ ਹੈ ਤਾਂ ਕਿ ਇਹ ਪ੍ਰੋਬਲਮ ਆਵੇ ਹੀ ਨਾ। ਔਰ ਜੇ ਕਿਸੇ ਨੂੰ ਆ ਵੀ ਜਾਂਦੀ ਹੈ ਪ੍ਰੋਬਲਮ ਤਾਂ ਤੁਸੀਂ ਡਾਕਟਰੀ ਇਲਾਜ ਹੀ ਕਰਾਓ, ਮੈਡੀਕਲ ਟ੍ਰੀਟਮੈਂਟ ਕਰਾਓ, ਕਿਸੇ ਦੇ ਬਾਬੇ ਦੇ ਚੱਕਰ 'ਚ ਨਾ ਪਾਓ। ਜਾਂ ਠੀਕ ਹੈ, ਤੁਸੀਂ ਪਾਠ ਪੂਜਾ ਕਰੋ, ਆਪਣੇ ਮਾਨਸਿਕ ਤੌਰ ਤੇ ਸ਼ਕਤੀ ਵਾਸਤੇ ਜਾਂ ਵਿਲ ਪਾਵਰ ਲਈ ਉਹ ਵੀ ਚੀਜ਼ਾਂ ਜ਼ਰੂਰੀ ਹੈ ਸਾਈਕੋਲੋਜੀਕਲੀ, ਪਰ ਇਹ ਕਿ ਤੁਸੀਂ ਮੈਡੀਕਲ ਟ੍ਰੀਟਮੈਂਟ ਜ਼ਰੂਰ ਕਰਾਓ, ਰੈਗੂਲਰ ਚੈੱਕਅਪ ਕਰਾਓ, ਫਿਰ ਪ੍ਰੋਪਰ ਇਲਾਜ ਕਰਵਾਓ ਜਿਵੇਂ ਡਾਕਟਰਸ ਕਹਿਣ, ਫਿਰ ਤੁਸੀਂ ਬਚ ਸਕਦੇ ਹੋ ਇਸ ਬਿਮਾਰੀ ਤੋਂ। ਕਿਉਂਕਿ ਬਹੁਤ ਜ਼ਰੂਰੀ ਹੁੰਦਾ ਕਿ ਸਹੀ ਸਮੇਂ ਉੱਤੇ ਸਹੀ ਇਲਾਜ ਮਿਲ ਜਾਵੇ ਤਾਂ ਤੁਸੀਂ ਠੀਕ ਹੋ ਸਕਦੇ ਹੋ। ਤੇ ਇਹੀ ਮੇਰਾ ਮੈਸੇਜ ਹੈ ਕਿ ਸਹੀ ਟਾਈਮ ਤੇ ਸਹੀ ਇਲਾਜ ਕਰਵਾਓ ਤਾਂ ਹੀ ਬਚਿਆ ਜਾ ਸਕਦਾ ਇਸ ਬਿਮਾਰੀ ਤੋਂ। ਔਰ ਹੁਣ ਕਿਉਂਕਿ ਮੈਡੀਕਲ ਟ੍ਰੀਟਮੈਂਟ ਇੰਨੇ ਹੋ ਗਿਆ, ਫੈਸਿਲਿਟੀਜ਼ ਹੋ ਗਈਆਂ, ਤੇ ਪੰਜਾਬ ਦੇ ਵਿੱਚ ਵੀ ਥਾਂ ਤੇ ਹੁਣ ਮਤਲਬ ਕਰ ਰਹੀ ਹੈ ਸਰਕਾਰ ਜਿੰਨਾ ਕੁ ਹੋ ਸਕਦਾ, ਪਰ ਹਲੇ ਵੀ ਬਹੁਤ ਜਾਗਰੂਕਤਾ ਦੀ ਲੋੜ ਹੈ। ਕਿਉਂਕਿ ਮੈਂ ਦੇਖਿਆ, ਮੈਨੂੰ ਫੋਨ ਵੀ ਕਈ ਵਾਰੀ ਆਉਂਦੇ ਨੇ ਜਦੋਂ ਅਖਬਾਰ 'ਚ ਲੇਖ ਮੈਂ ਲਿਖਦਾ ਕਿ ਕਈ ਬੰਦੇ ਤਾਂ ਆਪਾਂ ਸੋਚਦੇ ਕਿ ਗਰੀਬ ਬੰਦਾ ਹੈ ਉਹ ਨਹੀਂ ਕਰਵਾ ਸਕਦਾ, ਕਈ ਅਮੀਰ ਬੰਦੇ ਵੀ ਨਹੀਂ ਕਰਵਾਉਂਦੇ। ਜਿਵੇਂ ਕਿਸੇ ਦੇ ਬਜ਼ੁਰਗ ਦਾ ਕੋਈ ਕਿਸੇ ਨੂੰ ਪ੍ਰੋਬਲਮ ਹੋ ਗਈ, ਅਗਲਾ ਕਹਿੰਦਾ ਕਿ ਮੈਂ ਕਿਉਂ ਖਰਚਾ ਕਰਾਂ, ਇਹਨੇ ਕਿਹੜਾ ਬਚਣਾ। ਇਹ ਸੋਚ ਨਹੀਂ ਹੋਣੀ ਚਾਹੀਦੀ। ਬਚਿਆ ਜਾ ਸਕਦਾ ਵੀ ਤੁਸੀਂ ਸਹੀ ਸਮੇਂ ਉੱਤੇ ਸਹੀ ਡਾਕਟਰੀ ਇਲਾਜ ਕਰਵਾਓ। ਤੇ ਕਿਉਂਕਿ ਬਿਮਾਰੀਆਂ ਸਾਰੀਆਂ ਕੋਈ ਵੱਡੀ ਛੋਟੀ ਬਿਮਾਰੀ ਹੁੰਦੀ ਹੈ। ਬਾਕੀ ਜੇ ਆਪਾਂ ਮੌਤ ਦੀ ਗੱਲ ਕਰੀਏ ਤਾਂ ਕਿਸੇ ਨੂੰ ਪਤਾ ਨਹੀਂ ਕਦੋਂ ਆ ਜਾਏ, ਛੋਟੀ ਬਿਮਾਰੀ ਨਾਲ ਵੀ ਆ ਸਕਦੀ ਹੈ। ਜਿਹਨੇ ਬਚਣਾ ਉਹਨੇ ਵੱਡੀ ਬਿਮਾਰੀ ਤੋਂ ਬਚ ਜਾਣਾ ਹੁੰਦਾ। ਤੇ ਇਸ ਲਈ ਪੂਰਾ ਆਪਣੇ ਵੱਲੋਂ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਬਾਕੀ ਤਾਂ ਪਰਮਾਤਮਾ ਦੇ ਹੱਥ ਹੈ, ਜਿੰਨੇ ਸਾਹ ਲਿਖੇ ਆ। ਪਰ ਇਹ ਕਿ ਇਹ ਨਹੀਂ ਹੈ ਕਿ ਤੁਸੀਂ ਮੈਦਾਨ 'ਚ ਜੰਗ ਦੇ ਵਿੱਚ ਜਾਓ ਹੀ ਨਾ, ਪਹਿਲਾਂ ਹੀ ਹਾਰ ਕੇ ਬਹਿ ਜਾਓ। ਤੇ ਇਸ ਲਈ ਡਾਕਟਰੀ ਇਲਾਜ ਵੀ ਜ਼ਰੂਰੀ ਹੈ। ਇਹ ਸਨ ਸਾਡੇ ਨਾਲ ਹਰਗੁਣਪ੍ਰੀਤ ਸਿੰਘ ਜੀ, ਜਿਨ੍ਹਾਂ ਨੇ ਬਹੁਤ ਛੋਟੀ ਉਮਰੇ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਤੇ ਜਿੱਤ ਪ੍ਰਾਪਤ ਕਰ ਲਈ ਤੇ ਅੱਜ ਉਹ ਇੱਕ ਟੀਚਰ ਵਜੋਂ, ਇੱਕ ਲੈਕਚਰਾਰ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਨੇ। ਕੈਮਰਾਮੈਨ ਸੁਖਬੀਰ ਜੱਗਾ ਦੇ ਨਾਲ ਰਵੀ ਜੱਖੂ, A1 ਪ੍ਰਾਈਮ, ਪਟਿਆਲਾ।